Good morning students. Today I am going to continue a topic, why does demand curve slopes downward. So first point, law of diminishing marginal utility income effect. Today I will discuss with you third point, substitution effect. As we know that substitution effect means two commodities which can be used at the place of each other like tea and coffee. The substitution effect is the effect that a change in the relative price of substitute goods has on the quantity demanded. Substitute goods are those goods that can be used in place of each other, like tea and coffee. These are substitutes of each other. If price of tea goes down, the consumer may substitute tea for coffee. Although price of coffee remains the same. Means ki hai, if price of tea goes down, the consumer may substitute the tea for coffee. ਮੀਨਸ ਕੀ ਹੈ, ਸਬਸਟੀਟਿਊਟ ਗੁੱਡਸ ਦੇ ਵਿੱਚ ਕੀ ਹੁੰਦਾ, ਆਪਣਾ ਆਪਸ ਦੇ ਵਿੱਚ ਦੋ ਕੋਮੋਡਿਟੀ ਦਾ ਰਿਲੇਸ਼ਨ ਕੀ ਹੁੰਦਾ ਹੈ, ਪੋਜ਼ੀਟਿਵ ਹੁੰਦਾ ਹੈ। ਬਿਕੋਜ਼ ਜੇ ਇੱਕ ਆਪਣੀ ਜਿਹੜੀ ਕੋਮੋਡਿਟੀ ਹੈ ਉਸ ਦਾ ਪ੍ਰਾਈਸ ਇਨਕਰੀਜ਼ ਹੋ ਜਾਂਦਾ ਹੈ ਤਾਂ ਸੈਕਿੰਡ ਕੋਮੋਡਿਟੀ ਦੀ ਡਿਮਾਂਡ ਕੀ ਹੋ ਜਾਂਦੀ ਹੈ, ਇਨਕਰੀਜ਼ ਹੋ ਜਾਂਦੀ ਹੈ। ਤਾਂ ਇਹ ਆਪਣਾ ਕੀ ਸ਼ੋ ਕਰ ਰਿਹਾ, ਸਬਸਟੀਟਿਊਟ ਇਫੈਕਟ ਸ਼ੋ ਕਰ ਰਿਹਾ। ਇਸ ਦੀ ਵਜ੍ਹਾ ਕਰਕੇ ਵੀ ਜਿਹੜਾ ਆਪਣਾ ਡਿਮਾਂਡ ਕਰਵ ਕੀ ਹੁੰਦਾ ਹੈ, ਆਲਵੇਜ਼ ਲੁਕਸ ਡਾਊਨਵਰਡ। Then size of consumer group. When one price of a commodity falls, then many consumers who are unable to buy that commodity at its previous price come forward to it buy. Size of consumer groups means ਕੀ ਹੈ, ਹੁਣ ਆਪਾਂ ਗੱਲ ਕਰ ਰਹੇ ਹਾਂ ਵਾਈ ਡਜ਼ ਡਿਮਾਂਡ ਕਰਵ ਸਲੋਪਸ ਡਾਊਨਵਰਡ। ਡਿਮਾਂਡ ਕਰਵ ਡਾਊਨਵਰਡ ਕਿਉਂ ਜਾ ਰਿਹਾ, ਆਪਾਂ ਪੜ੍ਹ ਚੁੱਕੇ ਵੀ ਲਾਅ ਆਫ ਡਾਇਮੈਂਸ਼ਨਿੰਗ, ਮਾਰਜਨਲ ਯੂਟਿਲਿਟੀ ਕਰਕੇ, ਇਨਕਮ ਇਫੈਕਟ ਕਰਕੇ, ਸਬਸਟੀਟਿਊਸ਼ਨ ਇਫੈਕਟ ਕਰਕੇ। ਫੋਰਥ ਪੁਆਇੰਟ ਆਪਣਾ ਸਾਈਜ਼ ਆਫ ਇਨ ਕੰਜ਼ਿਊਮਰ ਗਰੁੱਪ। ਮੀਨਸ ਕੀ ਹੈ ਵੀ ਸਪੋਜ਼ ਕਰੋ ਪਹਿਲਾਂ ਕੋਈ ਆਪਣਾ ਪ੍ਰੋਡਕਟ ਸੀ, ਜੇ ਉਸ ਦਾ ਪ੍ਰਾਈਸ ਸੀ ਇੱਕ ਯੂਨਿਟ ਦਾ 1000 ਰੁਪੀਜ਼, ਤਾਂ ਉਸਨੂੰ ਸਿਰਫ 2 ਪਰਸਨਸ ਹੀ ਏਬਲ ਸੀ ਬਾਏ ਕਰਨ ਦੇ। ਬਟ ਹੁਣ ਉਸ 'ਤੇ ਕੀ ਹੋਇਆ, ਉਸ ਦਾ ਪ੍ਰਾਈਸ ਕੀ ਹੋਗਾ, ਰਿਡਿਊਸ ਹੋ ਕੇ 500 ਰੁਪੀਜ਼ ਹੋ ਗਿਆ। ਤਾਂ ਕਿੰਨੇ ਸਾਰੇ ਹੋਰ ਪਰਸਨਸ ਕੀ ਨੇ ਜਿਹੜੇ ਆਪਣੇ ਮਾਰਕੀਟ ਦੇ ਵਿੱਚ ਕੀ ਕਰ ਗਏ, ਐਂਟਰ ਕਰ ਗਏ। ਤਾਂ ਇਹ ਵੀ ਇੱਕ ਰੀਜ਼ਨ ਹੈ। ਜੇ ਇਹਦੇ ਆਪੋਜ਼ਿਟ ਹੁੰਦਾ ਵੀ ਪ੍ਰਾਈਸ ਪਹਿਲਾਂ ਘੱਟ ਸੀ, ਹੁਣ ਪ੍ਰਾਈਸ ਇਨਕਰੀਜ਼ ਹੋ ਗਿਆ, ਤਾਂ ਆਪਣੇ ਕੰਜ਼ਿਊਮਰਸ ਕੀ ਹੋ ਜਾਣਗੇ, ਰਿਡਿਊਸ ਹੋਣ ਲੱਗ ਜਾਣਗੇ। ਜਿਹੜੇ ਕਿ ਇੰਪੋਰਟੈਂਟ ਇਫੈਕਟ ਹੈ ਜਿਸ ਦੀ ਵਜ੍ਹਾ ਕਰਕੇ ਆਪਣਾ ਜਿਹੜਾ ਡਿਮਾਂਡ ਕਰਵ ਹੈ ਉਹ ਕੀ ਜਾਂਦਾ ਹੈ, ਡਾਊਨਵਰਡ ਸਲੋਪਸ ਕਰਵ। When the price of piece is ₹40 per kg, then a handful of consumers buy it. The demand is limited because ਪ੍ਰਾਈਸ ਕਿੰਨਾ ਸੀ, 40 ਸੀ। ਉਹੀ ਗੱਲ ਆ ਗਈ ਵੀ ਜੇ ਪ੍ਰਾਈਸ 1000 ਸੀ, ਡਿਮਾਂਡ ਕਿਸੇ ਲਿਮਿਟਡ ਸੀ, ਪ੍ਰਾਈਸ ਰਿਡਿਊਸ ਹੋ ਕੇ 500 ਹੋ ਗਿਆ, ਤਾਂ ਕਿੰਨੇ ਸਾਰੇ ਕੰਜ਼ਿਊਮਰਸ ਨੇ ਜਿਹੜੇ ਮਾਰਕੀਟ ਦੇ ਵਿੱਚ ਐਂਟਰ ਕਰ ਚੁੱਕੇ। ਜਾਂ ਆਪੋਜ਼ਿਟ ਹੋ ਜਾਂਦਾ ਵੀ ਪਹਿਲਾਂ ਪ੍ਰਾਈਸ ਘੱਟ ਸੀ, ਹੁਣ ਪ੍ਰਾਈਸ ਵੱਧ ਗਿਆ, ਤਾਂ ਡਿਮਾਂਡ ਵੀ ਕੀ ਹੋਊਗੀ, ਘੱਟ ਗਈ। ਦੈਨ ਡਿਫਰੈਂਟ ਯੂਜ਼ਸ ਲਾਈਕ ਮਿਲਕ, ਆਪਾਂ ਨੂੰ ਪਤਾ ਵੀ ਮਿਲਕ ਦੇ ਉੱਤੋਂ ਕਿੰਨੇ ਸਾਰੇ ਆਪਾਂ ਜਿਹੜੇ ਪ੍ਰੋਡਕਟਸ ਬਣਾ ਸਕਦੇ ਹਾਂ। ਤਾਂ ਡਿਫਰੈਂਟ ਯੂਜ਼ਸ ਕਰਕੇ ਵੀ ਆਪਣਾ ਜਿਹੜਾ ਡਿਮਾਂਡ ਕਰਵ ਹੈ ਉਹ ਡਾਊਨਵਰਡ ਦੇ ਵਿੱਚ ਜਾਂਦਾ ਹੈ। ਦੈਨ ਆਪਣਾ ਐਕਸੈਪਸ਼ਨਸ ਟੂ ਦੀ ਲਾਅ ਆਫ ਡਿਮਾਂਡ, ਆਪਾਂ ਪ੍ਰੀਵੀਅਸ ਦੇ ਵਿੱਚ ਗੱਲ ਕਰ ਚੁੱਕੇ ਹਾਂ ਵੀ ਆਪਣਾ ਡਿਮਾਂਡ ਕਰਵ ਹੈ ਉਹ ਸਲੋਪਸ ਡਾਊਨਵਰਡ, ਡਿਮਾਂਡ ਕਰਵ ਡਾਊਨਵਰਡ ਜਾਂਦਾ ਹੈ। ਬਟ ਕੁਛ ਐਕਸੈਪਸ਼ਨਲ ਕੇਸਿਸ ਨੇ ਜਦੋਂ ਡਿਮਾਂਡ ਕਰਵ ਜਿਹੜਾ ਕੀ ਹੈ, ਡਾਊਨਵਰਡ ਨਹੀਂ ਜਾਂਦਾ। ਫਸਟ ਪੁਆਇੰਟ ਹੈ ਆਰਟੀਕਲਸ ਆਫ ਡਿਸਟਿੰਕਸ਼ਨ ਔਰ ਵੈਬਲੋਨ ਗੁਡਸ। ਵੈਬਲੋਨ ਗੁਡਸ ਮੀਨਸ ਲਗਜ਼ਰੀ ਗੁਡਸ। ਇਫ ਵੀ ਥਿੰਕ ਦੈਟ ਰਿਡਿਊਸਡ ਪ੍ਰਾਈਸ, ਇਟ ਸ਼ੋਜ਼ ਦੈਟ commodities are of poor quality or commodities are of cheaper quality, given goods or inferior goods. So articles of distinction or Veblen goods, in this case law of diminishing marginal utility or demand curve slopes downward, these concepts are not properly utilized. Like jewelry, original work of art by great artists. Article of distinction according to Veblen command more demand when their prices are high, like diamond, cost metals। ਜੋ cost metals ਨੇ, diamond, gold ਵਗੈਰਾ ਜਿਹੜੇ ਲਗਜ਼ਰੀ ਪ੍ਰੋਡਕਟ ਨੇ, ਉਹਨਾਂ ਦੇ ਵਿੱਚ ਕੀ ਕਰਦੇ ਆਪਾਂ, ਆਪੋਜ਼ਿਟ ਚੱਲਦੇ ਹਾਂ ਵੀ ਜੇ ਪ੍ਰਾਈਸ ਡਾਊਨ ਹੋ ਰਿਹਾ ਹੈ ਤਾਂ ਆਪਾਂ ਡਿਮਾਂਡ ਨੂੰ ਕੀ ਕਰ ਦਿੰਦੇ ਆਂਗੇ, ਵਧਾ ਦਿੰਦੇ ਹਾਂ। ਜੇ ਪ੍ਰਾਈਸ ਕੀ ਹੋ ਰਿਹਾ ਹੈ, ਵੱਧ ਰਿਹਾ ਹੈ ਪ੍ਰਾਈਸ, ਤਾਂ ਆਪਾਂ ਡਿਮਾਂਡ ਕੀ ਕਰ ਦਿੰਦੇ ਹਾਂ, ਵਧਾ ਦਿੰਦੇ ਹਾਂ। ਹੁਣ ਪ੍ਰਾਈਸ 'ਤੇ ਡਾਊਨ ਹੋਣ ਦੇ ਨਾਲ ਆਪਾਂ ਡਿਮਾਂਡ ਕਿਉਂ ਘੱਟ ਕਰ ਦਿੰਦੇ ਹਾਂ, ਬਿਕੋਜ਼ ਆਪਣੀ ਥਿੰਕਿੰਗ ਇਹ ਹੈ ਵੀ ਹੋ ਸਕਦਾ ਉਹ ਹੁਣ ਕੀ ਹੋ ਰਿਹਾ, ਹੁਣ ਉਹਨਾਂ ਦੀ ਚੀਪ ਕੁਆਲਿਟੀ ਹੋਵੇ। ਤਾਂ ਇਹ ਇੱਕ ਰੀਜ਼ਨ ਹੈ ਵੀ ਜਿਹੜਾ ਆਪਣਾ ਐਕਸੈਪਸ਼ਨਲ ਕੇਸ ਹੈ ਲਾਅ ਆਫ ਡਿਮਾਂਡ ਕਰਵ ਦੇ ਵਿੱਚ। ਸੈਕਿੰਡ ਪੁਆਇੰਟ ਹੈ ਇਗਨੋਰੈਂਸ।
Many a times consumer out of sheer ignorance or poor judgment considers a commodity to be of low quality if its price is low। ਇਹ ਤਾਂ ਆਪਣੀ ਮੈਂਟੈਲਿਟੀ ਹੈ, ਸਾਈਕੋਲੋਜੀ ਬਣਾਈ ਹੋਈ ਹੈ ਵੀ ਕੀ ਹੈ, ਇਗਨੋਰੈਂਸ ਕਰਦੇ ਆਪਾਂ ਵੀ ਜੇ ਪ੍ਰੋਡਕਟ ਦਾ ਪ੍ਰਾਈਸ ਕੀ ਹੋ ਗਿਆ, ਰਿਡਿਊਸਡ ਹੋ ਗਿਆ, ਤਾਂ ਮੀਨਸ ਉਹ ਕੀ ਹੈ, ਵਧੀਆ ਕੁਆਲਿਟੀ ਦਾ ਨਹੀਂ ਹੈ। ਤਾਂ ਇਹ ਕੰਜ਼ਿਊਮਰ ਦੀ ਇਗਨੋਰੈਂਸ ਕਰਕੇ ਵੀ ਕੀ ਐਕਸੈਪਸ਼ਨਲ ਕੇਸ ਹੈ। ਦੈਨ ਗਿਫਨ ਗੁੱਡਸ ਆਰ ਆਫ ਇਨਫੀਰੀਅਰ ਕੁਆਲਿਟੀ ਦਾ। ਗਿਫਨ ਗੁੱਡਸ ਕਿਹੜੇ ਹੁੰਦੇ ਨੇ, ਆਪਣੀਆਂ ਘਟੀਆ ਚੀਜ਼ਾਂ। ਤਾਂ ਆਪਾਂ ਉਹਨਾਂ ਦੇ ਕੇਸ ਵਿੱਚ ਵੀ ਕੀ ਕਰਦੇ ਹਾਂ, ਵੀ ਜੇ ਉਹਨਾਂ ਦਾ ਪ੍ਰਾਈਸ ਘੱਟ ਜਾਂਦਾ ਆਪਾਂ ਡਿਮਾਂਡ ਵੀ ਕਰ ਦਿੰਦੇ, ਉਹਦੀ ਘੱਟ ਕਰਨੀ ਸਟਾਰਟ ਕਰ ਦਿੰਦੇ ਆ। Then expectation of rise or fall in price in future. If prices are likely to rise more in the future, then even at the existing higher price, people may demand more units of commodity in the present. If prices are likely to rise more in the future, prices ਬੇਸ਼ੱਕ ਕਿ ਹੁਣ ਜ਼ਿਆਦਾ ਰਾਈਜ਼ ਥੋੜ੍ਹੇ ਫਿਊਚਰ ਦੇ ਵਿੱਚ, ਬਟ ਕੀ ਹੈ ਕੰਜ਼ਿਊਮਰ ਫਿਰ ਵੀ ਐਗਜ਼ਿਸਟਿੰਗ ਪ੍ਰਾਈਸ ਚਾਹੇ ਹਾਇਰ ਹੈ ਉਸ ਦੇ ਉੱਪਰ ਹੀ ਬਾਏ ਕਰੇਗਾ, ਬਿਕੋਜ਼ ਉਸਦੀ ਥਿੰਕਿੰਗ ਹੈ ਕੀ ਹੈ ਵੀ ਜਿਹੜਾ ਪ੍ਰਾਈਸ ਹੈ ਫਿਊਚਰ ਦੇ ਵਿੱਚ ਇਸ ਤੋਂ ਵੀ ਕਿਤੇ ਜ਼ਿਆਦਾ ਰਾਈਜ਼ ਹੋਏਗਾ। ਤਾਂ ਜਿਹੜੀ ਕੰਜ਼ਿਊਮਰ ਦੀ ਐਕਸਪੈਕਟੇਸ਼ਨ ਉਹ ਵੀ ਕਿਤੇ ਨਾ ਕਿਤੇ ਡਿਮਾਂਡ ਕਰਵ ਨੂੰ ਫੁੱਲੀ ਇਫੈਕਟ ਕਰਦੀ ਹੈ। ਤਾਂ ਇਹ ਸਾਰੇ ਕੇਸਿਸ ਸੀ ਆਪਣੇ ਜਿਹੜੇ ਲਾਅ ਆਫ ਡਿਮਾਂਡ ਦੇ ਐਕਸੈਪਸ਼ਨਲ ਕੇਸਿਸ ਨੇ। ਐਕਸੈਪਸ਼ਨਲ ਕੇਸਿਸ ਮੀਨਸ ਆਪਾਂ ਕਹਿ ਸਕਦੇ ਵੀ ਆਪਣਾ ਜਿਹੜਾ ਡਿਮਾਂਡ ਕਰਵ ਹੈ ਹਮੇਸ਼ਾ ਡਾਊਨਵਰਡ ਦੇ ਵਿੱਚ ਜਾਂਦਾ, ਬਟ ਕੁਛ ਐਕਸੈਪਸ਼ਨਲ ਕੇਸਿਸ ਨੇ ਜਦੋਂ ਆਪਣੀ ਕੀ ਹੈ ਪ੍ਰਾਈਸ ਦੇ ਵਧਣ ਦੇ ਨਾਲ ਡਿਮਾਂਡ ਜਿਹੜੀ ਆਪਣੀ ਨਹੀਂ ਘੱਟ ਦਿੱਤਾ। ਇਹ ਕਿਹੜੇ ਕੇਸਿਸ ਤੇ ਆਪਣੇ ਵੈਬਲਿਨ ਗੁੱਡਸ ਦਾ ਹੋ ਗਿਆ, ਇਗਨੋਰੈਂਸ ਹੋ ਗਈ, ਜਾਂ ਫਿਊਚਰ ਦੇ ਵਿੱਚ ਪ੍ਰਾਈਸ ਐਕਸਪੈਕਟ ਕਰ ਰਿਹਾ ਵੀ ਉਹ ਰਾਈਜ਼ ਹੋਣਗੇ ਹੋਰ ਵੀ ਜ਼ਿਆਦਾ, ਜਾਂ ਫਿਰ ਗਿਫਨ ਗੁੱਡਸ ਜਾਂ ਇਨਫੀਰੀਅਰ ਗੁੱਡਸ ਦੇ ਕੇਸ ਦੇ ਵਿੱਚ ਹੋ ਗਿਆ। ਦੈਨ ਆਪਾਂ ਨੈਕਸਟ ਕਲਾਸ ਦੇ ਵਿੱਚ ਕਰਦੇ ਹਾਂ ਡਿਟਰਮੀਨੈਂਟਸ ਆਫ ਡਿਮਾਂਡ ਔਰ ਡਿਮਾਂਡ ਫੰਕਸ਼ਨ। ਥੈਂਕਸ।